ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਭਰਮ ਹਰਤਾ ਰਾਮ। ਭਰਮ ਦੁਖ ਦਰਦ ਭਰਮ ਦੁਖ ਦਰਦ ਨਿਵਾਰ ਖਿਨ ਮਹਿ, ਰਖ ਲੇਹੁ ਦੀਨ ਦਇਆਲਾ। ਮਾਤ ਪਿਤਾ ਸੁਆਮ ਸੱਜਣ, ਸਭ ਜਗਤ ਬਾਲ ਗੋਪਾਲਾ। ਜੋ ਸ਼ਰਨ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਜੋ ਸ਼ਰਨ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਰਹਿਮਤ ਦਾ ਦਰ ਖੁੱਲ੍ਹਦਾ ਹੈ ਤੇ ਸਾਡੇ ਲਈ ਉਪਦੇਸ਼ ਪ੍ਰਾਪਤ ਹੁੰਦਾ ਹੈ ਕਿ ਸਤਿਗੁਰੂ ਦੀ ਸੇਵਾ ਸਫਲ ਹੈ ਤੇ ਸਤਿਗੁਰੂ ਦੀ ਸੇਵਾ ਦੇ ਸਦਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਨੂੰ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ, ਜੀਵਨ ਵਿੱਚ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਅਸੀਂ ਮਾਣਨਾ ਪੜ੍ਹਦੇ ਹੋਨੇ ਸ਼ਲੋਕ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਕਦੇ ਕਦੇ ਸੋਚੀਦਾ ਕਿ ਸਤਿਗੁਰ ਦੀ ਸੇਵਾ ਸਫਲਤਾ ਦਾ ਜੋ ਪੈਮਾਨਾ ਹੋਏਗਾ ਕੈਸਾ ਹੋਏਗਾ, ਕਿਉਂਕਿ ਹਰ ਚੀਜ਼ ਨੂੰ, ਹਰ ਤੱਤ ਵਿਚਾਰ ਨੂੰ, ਹਰ ਦਲੀਲ ਨੂੰ ਨਾਪਣ ਦਾ ਵਿਦਵਾਨਾਂ ਨੇ, ਸਾਡੇ ਤੋਂ ਵਡੇਰਿਆਂ ਨੇ ਕੋਈ ਨਾ ਕੋਈ ਪੈਮਾਨੇ ਦਿੱਤੇ ਨੇ, ਆਦਰਸ਼ ਦਿੱਤੇ ਨੇ। ਭਾਈ ਇਹਦੇ ਵਰਗਾ
ਤੁਸੀਂ ਆਪਣੇ ਕਿਸੇ ਕਰਮ ਕਰਤੱਵ ਨੂੰ ਸਮਝਣਾ ਹੈ ਤੇ ਇਹਦੇ ਨਾਲ ਟੈਲੀ ਕਰਕੇ ਦੇਖ ਲੈਣਾ। ਇਸੇ ਕਰਕੇ ਬਹੁਤ ਸੁੰਦਰਤਾ ਦੀ ਤਸ਼ਬੀਹ ਕਿਤੇ ਕਮਲ ਨਾਲ ਦਿੱਤੀ ਜਾਂਦੀ ਹੈ, ਕਿਤੇ ਚੰਦ ਨਾਲ ਦਿੱਤੀ ਜਾਂਦੀ ਹੈ। ਬਹੁਤ ਵਾਰ ਪਿਆਰੇ ਸਤਿਗੁਰ ਦੇ ਚਰਨਾਂ ਦੀ ਤਸ਼ਬੀਹ ਕਮਲ ਨਾਲ ਦਿੱਤੀ ਜਾਂਦੀ ਹੈ। ਪਤਾ ਕਿ ਬੜੇ ਕੋਮਲ ਨੇ, ਸ਼ੀਤਲਤਾ ਹੈ, ਆਨੰਦ ਹੈ। ਜੇ ਭਵਰਾ ਇੱਕ ਵਾਰ ਕਮਲਾਂ ਦੀ ਮਿਠਾਸ ਆਨੰਦ ਨੂੰ ਮਾਣਦਾ ਤੇ ਮੁੜ ਕੇ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਕੋਈ ਗੁਰਸਿੱਖ ਪਿਆਰਾ ਵੀ ਗੁਰੂ ਕੇ ਚਰਨਾਂ 'ਚ ਜੁੜਦਾ ਤੇ ਫਿਰ ਮੁੜਦਾ ਨਹੀਂ ਹੈ, ਉੱਥੇ ਟਿਕਦਾ ਹੈ। ਇਹ ਤਸ਼ਬੀਹਾਂ ਸਿਆਣਿਆਂ ਨੇ ਇਸ ਕਰਕੇ ਨੀਅਤ ਕੀਤੀਆਂ ਹੁੰਦੀਆਂ, ਉਹਨਾਂ ਦੇ ਵਿੱਚ ਗੁਣ ਤੱਤ ਮਿਲਦੇ ਹੁੰਦੇ ਨੇ। ਜਦੋਂ ਇਹ ਤਸ਼ਬੀਹਾਂ ਨੂੰ ਸਮਝ ਆ ਜਾਏ ਤੇ ਇਸੇ ਤਰ੍ਹਾਂ ਜੋ ਤੱਤ ਵਿਚਾਰ ਨੇ ਜੋ ਦੇਖੇ ਨਹੀਂ ਜਾਂਦੇ, ਉਹਨਾਂ ਦੀਆਂ ਤਸ਼ਬੀਹਾਂ ਦਿੱਤੀਆਂ ਨੇ ਵੀ ਇਹ ਤੇ ਅੰਮ੍ਰਿਤ ਬਚਨ ਹੈ, ये तो गुरु का वचन है, गीता का वचन है, किसी वेद का वचन किया, किसी कुरान का वचन किया। भाई ਤੁਹਾਡੇ वास्ते जो तुसीं ਮੰਨਦੇ हो वो सब तो उत्तम है, साढ़े वास्ते गुरु का वचन सब तो उत्तम है। ਉਹਦੇ ਮੁਤਾਬਕ ਅਸਾਂ ਨੇ ਪੈਮਾਨੇ ਲੱਭਣੇ ਨੇ। ਗੁਰਸਿੱਖੀ 'ਚੋਂ ਪੈਮਾਨਾ ਲੱਭਣਾ ਪੈਂਦਾ ਹੈ। ਜੋ ਪ੍ਰਮਾਣ ਤੇ ਹੋ ਚੁੱਕੇ ਨੇ, ਜੋ ਪ੍ਰਵਾਨ ਨੇ, ਉਹਨਾਂ ਦਾ ਪੈਮਾਨਾ। ਅੱਜ ਦਾ ਦਿਨ ਉਹ ਹੈ ਜਦੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਚਰਨਾਂ 'ਚ ਸਿੱਖੀ ਪ੍ਰਵਾਨ ਹੋਈ ਹੈ। ਅੱਜ ਬਾਬਾ ਲਹਿਣਾ ਜੀ ਪ੍ਰਵਾਨ ਚੜ੍ਹੇ ਨੇ। ਅੱਜ ਸਾਡਾ ਜੋ ਸੰਸਾਰਕ ਸ਼ਬਦ ਬਣ ਗਿਆ ਕਿ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਦਾ ਗੁਰਤਾ ਗੱਦੀ ਦਿਵਸ ਹੈ। ਮੁਬਾਰਕਾਂ ਆਪ ਜੀ ਨੂੰ। ਪਰ ਅਸਲੀਅਤ ਵਿੱਚ ਇਹ ਸਿੱਖੀ ਦੀ ਪ੍ਰਵਾਨਤਾ ਹੈ, ਸਿੱਖੀ ਪ੍ਰਵਾਨ ਚੜ੍ਹੀ ਹੈ। ਇਹ ਉਹ ਦਿਨ ਹੈ ਜਿਸ ਦਿਨ ਸਿੱਖ ਗੁਰੂ ਦੀ ਨਜ਼ਰੇ ਪ੍ਰਵਾਨ ਹੋ ਗਿਆ ਵੀ ਮੈਨੂੰ ਇਹੋ ਜਿਹਾ ਸਿੱਖ ਚਾਹੀਦਾ। ਸ਼ਾਇਦ ਇਸੇ ਕਰਕੇ ਬਾਅਦ ਵਿੱਚ ਵਡੇਰਿਆਂ ਨੇ ਸਾਖੀਆਂ ਦੇ ਵਿੱਚ ਦਰਜ ਵੀ ਕੀਤਾ ਕਿ ਸਿੱਖ ਨਹੀਂ ਕੋਈ ਲਹਿਣੇ ਵਰਗਾ। ਬਾਬਾ ਲਹਿਣਾ ਜੀ ਨੇ ਸਿੱਖੀ ਦੇ ਉਹ ਹੱਦ ਛੂਹ ਦਿੱਤੀ ਹੈ ਜਿਹੜੀ ਸਾਡੇ ਕੋਲ ਅੱਜ ਤੱਕ ਕਿਸੇ ਤੋਂ ਸ਼ਾਇਦ ਨਹੀਂ ਛੂਈ ਗਈ ਹੋਣੀ। ਇੱਕ ਬਚਨ ਰਾਮਕਲੀ ਕੀ ਵਾਰ ਜੋ ਸੱਤਾ ਜੀ ਦੀ ਤੇ ਬਲਵੰਡ ਜੀ ਦੀ ਹੈ, ਕੁਝ ਸ਼ਬਦ ਹੈ ਉੱਚ ਹੱਦੀ। ਗੁਰੂ ਨਾਨਕ ਦਾ ਬੋਲ ਅੱਜ ਦੇ ਦਿਨ ਵਾਸਤੇ ਹੈ, ਉੱਚ ਹੱਦੀ ਵੈਣ ਵੇਰੇ ਕਿਉਂ ਨਾ। ਜਦੋਂ ਦੁਨੀਆ ਨੇ ਆਖਿਆ ਇਹ ਕੀ ਕੀਤਾ, ਇੱਕ ਗੁਰੂ ਨੇ ਆਪਣੇ ਤੋਂ ਅੱਧੀ ਉਮਰ ਦੇ ਸਿੱਖ ਨੂੰ ਮੱਥਾ ਟੇਕ ਦਿੱਤਾ। ਹੋਰਿਓ ਗੰਗ ਵਹਾਇਨ ਦੁਨੀਆਈ ਆਖੈ ਕਿ ਕਿਉਂ ਨਾ। ਦੁਨੀਆ ਨੇ ਆਖਿਆ ਇਹ ਕੀ ਕੀਤਾ, ਪਰ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਦਾ ਜੋ ਬੋਲ ਸੀ ਉਹ ਸਭ ਤੋਂ ਉੱਚਾ ਸੀ। ਉੱਚ ਹੱਦੀ ਵੈਣ ਵੇਰੇ ਕਿਉਂ ਨਾ। ਉੱਚ ਹੱਦੀ ਭਾਵ ਹੱਦਾਂ ਤੋਂ ਉੱਪਰ ਦਾ। ਸਮਾਜ ਦਾ ਹਰ ਬੋਲ ਕਿਸੇ ਹੱਦ ਵਿੱਚ ਹੁੰਦਾ। ਅਸੀਂ ਕਹਿੰਦੇ ਨਾ ਸੀਮਾਵਾਂ ਦੇ ਵਿੱਚ ਰਹੋ ਭਾਈ। ਘਰ ਪਰਿਵਾਰ ਸਮਾਜ ਵਿੱਚ ਰਾਜਨੀਤੀ ਧਰਮ 'ਚ ਕੋਈ ਕਈ ਵਾਰ ਬਹਿਸ ਵੀ ਹੋਵੇ ਅਤੇ ਸਿਆਣੇ ਕਹਿੰਦੇ ਵੀ ਬਹਿਸ ਵੀ ਕਰਨੀ ਅਤੇ ਤੁਹਾਡੀ ਇੱਕ ਬਾਊਂਡਰੀ ਲਾਈਨ ਸੀਮਾ ਹੈ। ਹੱਦਾਂ ਦੇ ਵਿੱਚ ਰਹਿ ਕੇ ਗੱਲ ਕਰੋ, ਆਪਣੇ ਆਪਣੇ ਹੱਦ ਵਿੱਚ ਰਹੋ। ਅਤੇ ਸਾਡੀ ਸਾਰਿਆਂ ਦੀ ਭਾਈ ਸਮਾਜਿਕ ਤੌਰ 'ਤੇ ਕੋਈ ਨਾ ਕੋਈ ਹੱਦ ਨਿਸ਼ਚਿਤ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦਾ ਬੋਲ ਇਹਨਾਂ ਸਾਰੀਆਂ ਹੱਦਾਂ ਤੋਂ ਉੱਚਾ ਹੈ। ਉੱਚ ਹੱਦੀ ਜਿੱਥੇ ਦੁਨੀਆ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਨੇ, ਗੁਰੂ ਨਾਨਕ ਦੇ ਬੋਲ ਉੱਥੇ ਪਹੁੰਚ ਦਿੰਦੇ ਨੇ। ਔਰ ਇਹੀ ਤੇ ਸ਼ੇਖ ਬ੍ਰਹਮ ਜੀ ਨਾਲ ਗੱਲਬਾਤ ਹੁੰਦੀ ਹੈ, ਮਹਾਰਾਜ ਨੇ ਕਿਹਾ ਵੀ ਸੀ। ਜਦੋਂ ਸ਼ੇਖ ਜੀ ਨੇ ਕਿਹਾ ਸੀ ਬਾਬਾ ਏਕ ਖੁਦਾਈ ਦੂਈ ਹੱਦ, ਮੇਰੇ ਅੱਗੇ ਇੱਕ ਹੱਦ ਆ ਗਈ ਹੈ, ਮੇਰੀ ਹੱਦ ਸੀਮਾ ਹੈ, ਮੈਂ ਤੋਂ ਅੱਗੇ ਨਹੀਂ ਜਾ ਪਾ ਰਿਹਾ। ਅਤੇ ਮਹਾਰਾਜ ਨੇ ਕਿਹਾ ਹੱਦ ਤੇਰੇ ਅੱਗੇ ਭਾਈ। ਕਹਿਣ ਲੱਗਾ ਜੀ ਲੋਕਾਂ ਨੇ ਜੋ ਸਾਡੇ ਵੱਡਿਆਂ ਨੇ ਸਾਡੀਆਂ ਹੱਦਬੰਦੀਆਂ ਕਰਤੀਆਂ ਕਿ ਹਿੰਦੂ ਹੈ ਅਤੇ ਮੁਸਲਮਾਨ ਹੈ, ਅਤੇ ਮੈਂ ਉਸ ਹੱਦ 'ਤੇ ਪਹੁੰਚ ਗਿਆ। ਮੇਰੇ ਵਿਚਾਰਾਂ 'ਚ ਖਿਆਲਾਂ 'ਚ ਗੱਲ ਅਟਕ ਗਈ ਹੈ ਕਿ ਅੱਗੇ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਔਰ ਇਸ ਕੇਵਲ ਸ਼ੇਖ ਬ੍ਰਹਮ ਦੇ ਹੀ ਨਹੀਂ, ਤਮਾਮ ਵੱਡੇ ਗਿਆਨੀਆਂ ਦੇ ਦਿਲੋਂ ਦਿਮਾਗ 'ਚ ਗੱਲ ਅਟਕੀ ਹੋਈ ਸੀ। ਤਾਈਓ ਤਾਂ ਉਹਨਾਂ ਨੇ ਪੁੱਛਿਆ ਸੀ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਹਿੰਦੂਆਂ ਦੀ ਹੱਦ ਅਲੱਗ ਹੈ, ਮੁਸਲਮਾਨਾਂ ਦੀ ਹੱਦ ਅਲੱਗ ਹੈ, ਕਿਤੇ ਜਾ ਕੇ ਟਕਰਾਉਂਦੀਆਂ ਨੇ।
ਜਿਵੇਂ ਮੁਲਕਾਂ ਦੀਆਂ ਹੱਦਾਂ ਆ ਕੇ ਟਕਰਾ ਜਾਂਦੀਆਂ ਨੇ, ਇੱਦਾਂ ਵੀ ਹੱਦਾਂ। ਅਤੇ ਗੁਰੂ ਨਾਨਕ ਬਾਬਾ ਜੀ ਨੇ ਉੱਥੇ ਵੀ ਇਹੀ ਕਿਹਾ, ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਸ਼ੁਭ ਅਮਲਾਂ ਤੋਂ ਸਖਣੇ ਵਿਅਕਤੀ ਹੀ ਇਹਨਾਂ ਹੱਦਾਂ ਦੇ ਉੱਤੇ ਸਿਰ ਪਟਕ ਕੇ ਰੋਂਦੇ ਨੇ, ਪਰ ਜਿਨ੍ਹਾਂ ਦੇ ਅਮਲ ਸ਼ੁਭ ਹੋ ਜਾਂਦੇ ਨੇ ਉਹ ਹੱਦਾਂ ਟੱਪ ਜਾਂਦੇ ਨੇ। ਗੁਰੂ ਨਾਨਕ ਦੇ ਬਚਨ ਹੱਦਾਂ ਤੋਂ ਟਪਾ ਦਿੰਦੇ ਨੇ। ਤਮਾਮ ਜੋ ਸਾਡੀਆਂ ਧਰਮਾਂ ਦੀਆਂ, ਸਮਾਜ ਦੀਆਂ ਨੀਤੀਆਂ ਰੀਤੀਆਂ, ਰਸਮੋ ਰਿਵਾਜ ਉਸਾਂ ਤੁਸਾਂ ਬਣਾਏ ਹੋਏ ਨੇ, ਗੁਰੂ ਨਾਨਕ ਸਾਹਿਬ ਇਹਨਾਂ ਸਾਰਿਆਂ ਤੋਂ ਉੱਚੇ ਲੈ ਜਾਂਦੇ ਨੇ। ਉੱਚ ਹੱਦ ਹੀ ਹੈ। ਅੱਜ ਗੁਰੂ ਨਾਨਕ ਪਾਤਸ਼ਾਹ ਦਾ ਉਹ ਉੱਚ ਹੱਦ ਹੀ ਵੈਣ ਹੈ। ਉੱਚੀ ਹੱਦਾਂ ਵਾਲਾ ਬਚਨ ਅੱਜ ਜਗਤ ਨੂੰ ਗੁਰੂ ਨਾਨਕ ਨੇ ਦਿੱਤਾ, ਜਦੋਂ ਕਿਹਾ ਸੀ ਕਿ ਭਾਈ ਸਾਰੇ ਲਹਿਣਾ ਨੂੰ ਮੱਥਾ ਟੇਕੋ, ਕਿਤੇ ਉਸ ਦਰਸ਼ਨ ਨੂੰ ਮੈਂ ਗਿਆਨ ਕਲਪਨਾ ਕਹਿਣਾ ਹੋਣਾ ਵੀ ਗਿਆਨ ਤੇ ਹੈ ਸਾਨੂੰ ਸਾਖੀ ਦਾ, ਕਲਪਨਾ ਬਣਾਈਏ, ਧਿਆਨ ਜੁੜ ਕੇ ਦੇਖੀ ਵੀ ਕਿਵੇਂ ਕਰਤਾਰਪੁਰ ਸਾਹਿਬ ਦਾ ਦਰਸ਼ਨ ਹੋਏਗਾ। ਸਾਰੀ ਸੰਗਤ ਕਰਤਾਰਪੁਰ ਸਾਹਿਬ ਵਿਖੇ ਬੈਠੇ ਹੋਣਗੇ। ਧਰਮਸ਼ਾਲਾ ਦਾ ਉਹੀ ਮੁਕਾਮ ਹੋਏਗਾ ਜਿੱਥੇ ਜਗਤ ਗੁਰੂ ਨਾਨਕ ਪਾਤਸ਼ਾਹ ਬੈਠਦੇ ਨੇ। ਉਹ ਧਰਮਸ਼ਾਲਾ ਉਹੀ ਹੈ ਜਿੱਥੇ ਕਦੇ ਲਹਿਣਾ ਜੀ ਨੇ ਆ ਕੇ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਚਰਨ ਪਰਸੇ ਨੇ। ਬਹੁਤਾ ਸਮਾਂ ਨਹੀਂ, 8 ਸਾਲ ਹੋਏ ਸਨ ਅਜੇ, ਪਰ ਅੱਜ ਉਦੋਂ ਦਾ ਦਰਸ਼ਨ ਬਦਲਿਆ ਹੋਇਆ। ਉਸ ਨਿਰਮਲ ਤੇ ਪਵਿੱਤਰ ਆਸਨ 'ਤੇ ਬਾਬਾ ਜਗਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਸੰਸਾਰ ਕੁਮਰਾ ਤੋਂ ਅੱਧੀ ਉਮਰ ਦਾ ਨੌਜਵਾਨ ਉਸ ਆਸਨ 'ਤੇ ਬੈਠਾਇਆ ਹੋਇਆ। ਸੋਹਣੇ ਕੱਪੜੇ ਗੁਰੂ ਨਾਨਕ ਨੇ ਆਪਣੇ ਪਿਆਰ ਦੇ ਪਾਏ ਨੇ। ਇੱਥੇ ਸੰਸਾਰ ਦੇ ਨੀਲੇ ਪੀਲੇ ਚਿੱਟੇ ਕਾਲੇ ਕੱਪੜਿਆਂ ਦੀ ਗੱਲ ਨਹੀਂ ਹੈ, ਇੱਥੇ ਪਿਆਰ ਹੈ ਗੁਰੂ ਨਾਨਕ ਦੀ ਪੋਸ਼ਾਕ ਦਾ। ਸੰਭਵਤः ਅਸੀਂ ਕਦੇ ਕਦੇ ਮੰਨ ਲੈਂਦੇ ਹਾਂ ਕਿ ਸ਼ਾਇਦ ਗੁਰੂ ਨਾਨਕ ਨੇ ਆਪਣਾ ਚੋਲਾ ਪਵਾ ਦਿੱਤਾ ਹੋਵੇ, ਲੈ ਵੀ ਨਵਾਂ ਚੋਲਾ ਪਾ ਲਓ। ਅਤੇ ਚੇਤਾ ਰੱਖਣਾ, ਅੱਜ ਤੱਕ ਸਦੀਆਂ 'ਚ ਇੱਦਾਂ ਹੀ ਚੱਲਦਾ ਆ। ਅਮੀਰਾਂ ਦਾ ਉਤਰਿਆ ਹੋਇਆ ਕੱਪੜਾ ਵੀ ਗਰੀਬ ਵਾਸਤੇ ਨਵਾਂ ਹੀ ਹੁੰਦਾ। ਬਾਜ਼ਾਰਾਂ ਦੇ ਵਿੱਚ, ਆਪਣੇ ਘਰਾਂ 'ਚ ਅਸੀਂ ਦੇਖਦੇ ਹਾਂ, ਆਪਣੇ ਬੱਚੇ ਦਾ ਕੱਪੜਾ ਛੋਟਾ ਹੋ ਗਿਆ ਅਤੇ ਕੀ ਕਰਦੇ ਹੋ, ਆਪਣੇ ਘਰ ਦੇ ਸੇਵਕ ਦੇ ਬੱਚੇ ਨੂੰ ਦੇ ਦਿੰਦੇ ਹੋ, ਉਹਦੇ ਵਾਸਤੇ ਨਵਾਂ ਹੁੰਦਾ, ਉਹ ਪਾ ਕੇ ਪਾਰਟੀ 'ਚ ਜਾਂਦਾ। ਸਾਡਾ ਬੱਚਾ ਕਹਿੰਦਾ ਨਾ ਨਾ ਮੈਂ ਨਹੀਂ ਜਾਂਦਾ ਪਾ ਕੇ, ਪੁਰਾਣਾ ਹੈ। ਪਰ ਜਦੋਂ ਕਿਸੇ ਨੌਕਰ ਦੇ, ਕਿਸੇ ਗਰੀਬ ਬੰਦੇ ਦੇ ਬੱਚੇ ਨੂੰ ਮਿਲਦਾ, ਉਹ ਆਪਣੇ ਲੈਵਲ ਦੀ ਪਾਰਟੀ ਜਾਂਦਾ, ਬੜਾ ਖੁਸ਼ ਹੁੰਦਾ, ਨਵਾਂ ਕੱਪੜਾ ਮਿਲ ਗਿਆ। ਇਹ ਸਦੀਆਂ ਤੋਂ ਐਸਾ ਰਿਹਾ, ਅਧਿਆਤਮ ਦੇ ਵਿੱਚ ਵੀ ਰਿਹਾ। ਬਹੁਤ ਥਾਵਾਂ 'ਤੇ ਸੰਸਾਰ ਦੇ ਗੁਰੂ ਪ੍ਰਣਾਲੀਆਂ ਦੇ ਵਿੱਚ ਚੋਲਾ ਪਹਿਨਾ ਦਿੱਤਾ ਜਾਂਦਾ ਹੈ। ਅੱਜ ਵੀ ਕਿਤੇ ਹਜ਼ੂਰ ਸਾਹਿਬ ਦੇਖਿਆ ਹੋਣਾ, ਜਦੋਂ ਕਿਸੇ ਨੂੰ ਸੁਰਪਾਵ ਮਿਲਦਾ ਹੈ ਤਾਂ ਅੱਜ ਵੀ ਉੱਥੋਂ ਚੋਲਾ ਪਵਾ ਦਿੰਦੇ ਨੇ। ਆ ਦੇਖਿਆ ਨਾ ਹਜ਼ੂਰ ਸਾਹਿਬ ਅਕਸਰ। ਆ ਜਥੇਬੰਦੀਆਂ ਦੇ, ਜਦੋਂ ਜਥਿਆਂ ਦੇ ਨਵੇਂ ਜਥੇਬੰਦੀਆਂ ਦੇ ਮੁਖੀ ਆਗੂ ਥਾਪੇ ਜਾਂਦੇ ਨੇ, ਔਰ ਜਦੋਂ ਸ਼੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾਂਦੇ ਨੇ, ਜਾਂ ਉਸ ਤਰ੍ਹਾਂ ਵੀ ਕਿਸੇ ਨੂੰ ਜਿਸ ਨੂੰ ਬਹੁਤ ਨਾਮਣਾ ਦਿੰਦੇ ਨੇ, ਉੱਥੇ ਸਤਿਕਾਰ ਮਿਲੇ ਅਤੇ ਉੱਥੇ ਚੋਲਾ ਪਵਾਉਂਦੇ ਨੇ। ਉਹਨੇ ਭਾਵੇਂ ਕਿਤਨਾ ਮਹਿੰਗਾ ਸੂਟ ਬੂਟ ਪਾਇਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਉਹ ਆਪਣਾ ਚੋਲਾ ਪਵਾ ਦਿੰਦੇ ਨੇ। ਇਹ ਗੱਲ ਬਹੁਤ ਰਹੱਸਵਾਦ ਦੀ ਹੈ। ਅਸਾਂ ਤੁਸਾਂ ਕੀ ਪਾਇਆ, ਉਹਦੀ ਕੀਮਤ ਉੱਥੇ ਜਾ ਕੇ ਮੁੱਕ ਜਾਂਦੀ ਹੈ। ਉੱਥੋਂ ਕੀ ਮਿਲਦਾ ਹੈ, ਉਹਦੀ ਕੀਮਤ ਵੱਧਦੀ ਹੈ। ਅਤੇ ਸ਼ਾਇਦ ਜਗਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਆਪਣਾ ਆਸਣ ਦਿੱਤਾ, ਆਪਣਾ ਚੋਲਾ ਵੀ ਬਖਸ਼ ਦਿੱਤਾ ਹੋਵੇ। ਮਹਾਰਾਜ ਨੇ ਸੁੰਦਰ ਸਥਾਨ ਸਾਡੇ ਵਾਸਤੇ, ਇਸ ਸਥਾਨ ਤੋਂ ਹੋਰ ਨਿਰਮਲ, ਹੋਰ ਪਵਿੱਤਰ ਕੋਈ ਥਾਂ ਨਹੀਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਸਣ ਲਾ ਕੇ ਬੈਠੇ ਨੇ। ਅੱਜ ਵੀ ਸਾਡੇ ਵਾਸਤੇ ਥਾਂ ਸਭ ਤੋਂ ਉੱਤਮ ਪਵਿੱਤਰ ਹੈ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਭਾਵੇਂ ਅਸੀਂ ਕਈਆਂ ਵਿਚਾਰਾਂ ਕਰਕੇ ਲੱਖ ਵਾਰ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਹਾਂ, ਇੱਥੇ ਮੱਥਾ ਟੇਕੋ, ਇੱਥੇ ਮੱਥਾ ਨਾ ਟੇਕੋ, ਇੱਥੇ ਟੇਕੋ, ਇੱਥੇ ਨਾ ਟੇਕੋ, ਆਪਾਂ ਕਰਦੇ ਰਹਿੰਦੇ ਹਾਂ। ਇਹ ਗਿਆਨੀਆਂ ਦਾ ਕਰਤੱਵ ਹੈ, ਕਰਦੇ ਰਹਿਣਾ। ਪਰ ਫਿਰ ਵੀ ਦੇਖਿਆ ਹੋਣਾ, ਜੋ ਪ੍ਰਕਾਸ਼ ਸਥਾਨ ਥੜਾ ਹੁੰਦਾ ਹੈ, ਪ੍ਰਕਾਸ਼ ਹੋਇਆ ਹੋਵੇ ਅਤੇ ਭਾਵੇਂ ਨਾ ਹੋਇਆ ਹੋਵੇ, ਸ਼ਰਧਾਲੂਆਂ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਗਿਆਨੀ ਲੱਖ ਵਾਰ ਕਵੇ, ਦੇਖੋ ਜੀ ਇੱਥੇ ਪ੍ਰਕਾਸ਼ ਨਹੀਂ ਹੋਇਆ, ਮੱਥਾ ਮੱਥਾ ਟੇਕੋ, ਮੱਥਾ ਉੱਥੇ ਟੇਕੋ, ਉੱਥੇ ਟੇਕੋ, ਪਰ ਕਦੇ ਵੇਖਿਆ ਜੀ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ, ਪ੍ਰਕਾਸ਼ ਨਹੀਂ ਹੋਇਆ ਹੁੰਦਾ,
ਉੱਥੇ ਮੱਥਾ ਟੇਕਣ ਵਾਲੇ ਨੇ ਕਦੇ ਸੋਚਿਆ ਵੀ ਇੱਥੇ ਹੋਇਆ ਕਿ ਨਹੀਂ ਹੋਇਆ? ਇੱਥੇ ਅਸੀਂ ਇੱਕ ਦੂਜੇ ਨੂੰ ਉਂਗਲੀਆਂ ਕਰੀ ਜਾਂਦੇ, ਆਹ ਨਾ ਕਰੋ, ਆਹ ਨਾ ਕਰੋ, ਇੱਥੇ ਨਾ ਟੇਕੋ, ਉੱਥੇ ਨਾ ਟੇਕੋ, ਉਹ ਨਿਸ਼ਾਨ ਸਾਹਿਬ ਨੂੰ ਸਿਰ ਨਾ ਝੁਕਾਇਓ ਹੋਵੇ, ਥੜੇ 'ਤੇ ਮੱਥਾ ਨਾ ਟੇਕਿਓ ਹੋਵੇ, ਆਹ ਨਾ ਕਰਿਓ ਹੋਵੇ, ਆਹ ਨਾ ਕਰਿਓ। ਉਹ ਅਸੀਂ ਤੁਸੀਂ ਕਮਜ਼ੋਰ ਜੇ ਇੱਕ ਦੂਜੇ ਦੇ ਗਲ ਪਈ ਜਾਂਦੇ ਆ। ਕਦੇ ਪੁੱਛਿਆ ਉੱਥੇ ਕਿਸੇ ਨੇ? ਸਭ ਨੂੰ ਪਤਾ ਸਥਾਨ ਗੁਰੂ ਦਾ ਹੈ। ਬਸ ਮਤਲਬ ਇਹ ਨਹੀਂ ਕਿ ਤੁਹਾਨੂੰ ਸਾਨੂੰ ਕੀ ਦਿਸਦਾ ਹੈ, ਮਤਲਬ ਇਹ ਹੈ ਕਿ ਕੀ ਮੰਨਦੇ ਹੋ। ਦਿਸਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤਾਂ ਨਹੀਂ ਮੰਨਦੇ ਤੇ ਕੀ ਕਰ ਲੋਗੇ? ਬਹੁਤ ਲੋਕ ਨੇ ਜਿਨ੍ਹਾਂ ਨੂੰ ਦਿਸਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਨਹੀਂ ਮੰਨਦੇ। ਦੁਨਿਆਵੀ ਤੌਰ 'ਤੇ ਮਾੜਾ ਜਿਹਾ ਸਿਰ ਝੁਕਾ ਵੀ ਦਿੰਦੇ, ਨਹੀਂ ਮੰਨਦੇ, ਪਰ ਇੱਕ ਨੂੰ ਦਿਸਦਾ ਨਹੀਂ ਹੈ, ਪਰ ਅਦਬ ਨਾਲ ਮੱਥਾ ਟੇਕਦਾ ਹੈ। ਸਾਡੇ ਵਾਸਤੇ ਸਭ ਤੋਂ ਪਵਿੱਤਰ ਥਾਂ ਉਹ ਹੈ ਜਿੱਥੇ ਮਹਾਰਾਜ ਦਾ ਚਰਨ ਪੈਂਦੇ ਨੇ, ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਦਰਬਾਰ ਸੱਚ ਬਹੁਤ ਐਸੀਆਂ ਗੱਲਾਂ ਨੇ ਪਰਿਕਰਮਾ ਦੇ ਆਲੇ ਦੁਆਲੇ 'ਚ ਜਿਹਨੂੰ ਰਹੱਸਵਾਦ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ। ਅੱਜ ਵੀ ਦੇਖਿਆ ਹੋਣਾ। ਚਲੋ ਦਰਬਾਰ ਸਾਹਿਬ ਦੇ ਅੰਦਰ ਦੀ ਗੱਲ ਹੀ ਬਾਤ ਹੀ ਕਿਹਾ, ਉੱਤੇ ਥਾਂ ਹੀ ਬੱਧੋ ਪੁਰਖ ਵਿਧਾਤੇ ਦਾ ਹੈ। ਦੁੱਖ ਭੰਜਨੀ ਬੇਰੀ ਸਾਹਿਬ ਦੇ ਨੇੜੇ ਦੇਖਿਆ ਹੋਣਾ, ਇੱਕ ਥੜਾ ਹੈਗਾ ਨਾ, ਪ੍ਰਕਾਸ਼ ਤੇ ਉੱਥੇ ਨਹੀਂ ਹੋਇਆ, ਪਰ ਹਰ ਸ਼ਰਧਾਲੂ ਮੱਥਾ ਟੇਕ ਦਿੰਦਾ ਉੱਥੇ। ਕਿਉਂ ਭਾਈ? ਉਹ ਥਾਂ ਹੈ ਜਿੱਥੇ ਪੰਚਮ ਪਾਤਸ਼ਾਹ ਸਾਹਿਬ ਜੀ ਬੈਠ ਕੇ ਸਰੋਵਰ ਦੀ ਸੇਵਾ ਕਰਵਾਉਂਦੇ ਰਹੇ ਨੇ, ਜਿੱਥੇ ਸਭ ਤੋਂ ਪਹਿਲਾਂ ਜਦੋਂ ਪਾਵਨ ਸਰੂਪ ਦੀ ਤਿਆਰੀ ਹੋਣ ਲੱਗੀ ਹੈ, ਅਤੇ ਜਿੱਥੇ ਸਭ ਤੋਂ ਪਹਿਲਾਂ ਪੋਥੀਆਂ ਸੰਚਿਤ ਕੀਤੀਆਂ ਗਈਆਂ ਨੇ, ਅਤੇ ਖਾਸ ਕਰਕੇ ਉਹ ਪੋਥੀ ਸਾਹਿਬਾਨ ਜੋ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਪੰਚਮ ਪਾਤਸ਼ਾਹ ਸਾਹਿਬ ਜੀ ਆਪ ਪਾਲਕੀ 'ਚ ਧਰ ਕੇ ਲੈ ਕੇ ਆਏ ਨੇ, ਉੱਥੇ ਆ ਕੇ ਵਿਸ਼ਰਾਮ ਕੀਤੋ ਨੇ। ਉੱਥੇ ਮਹਾਰਾਜ ਦੀਆਂ ਪਹਿਲੀਆਂ ਪਾਲਕੀ ਸਾਹਿਬ ਜੋ ਪੋਥੀਆਂ ਲੈ ਕੇ ਉੱਥੇ ਆ ਕੇ ਟਿਕਾਈ ਰੱਖੀ ਹੈ। ਕਹਿੰਦੇ ਨੇ ਇੱਕ ਰਾਤ ਪਰ ਵਿਸ਼ਰਾਮ ਉੱਥੇ ਕੀਤਾ ਗਿਆ, ਸੇਵਕ ਸੰਗਤ ਬੈਠੀ। ਅੱਜ ਵੀ ਉੱਥੇ ਪਿਆਰੇ ਮੱਥਾ ਟੇਕਦੇ ਨੇ, ਉੱਥੇ ਫੁੱਲ ਰੱਖੇ ਹੁੰਦੇ ਨੇ। ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਦਲੀਲ ਦੇ ਨਾਲ ਨਹੀਂ ਤਰਕ ਸਕਦੇ, ਪੈਮਾਨੇ ਅਲੱਗ ਹੀ ਨੇ ਉੱਥੋਂ ਦੇ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਜੋ ਪੈਮਾਨਾ ਵਰਤਿਆ ਹੈ, ਉਹ ਤਰਕ ਅਤੇ ਦਲੀਲ ਦਾ ਪੈਮਾਨਾ ਨਹੀਂ ਹੈ। ਠੀਕ ਹੈ, ਅਸੀਂ ਤਰਕ ਅਤੇ ਦਲੀਲ ਦੇ ਨਾਲ ਉਹਨਾਂ ਨੂੰ ਵਰਖਣ ਦੀ ਕੋਸ਼ਿਸ਼ ਕਰਦੇ, ਕਰਨੀ ਵੀ ਚਾਹੀਦੀ ਹੈ, ਕਿਉਂਕਿ ਉਸ ਤਰਕ ਅਤੇ ਦਲੀਲ ਦੇ ਨਾਲ ਆਪਣੇ ਆਪ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਪਰ ਤਰਕ ਅਤੇ ਦਲੀਲ ਇੰਨੇ ਕੁ ਹੋਵਣ ਕਿ ਸਾਨੂੰ ਆਪਣੇ ਆਪ ਨੂੰ ਕਮਜ਼ੋਰ ਨਾ ਕਰ ਦੇਣ। ਤਰਕ ਦਲੀਲ ਚਾਹੀਦੇ। ਗੁਰੂ ਨਾਨਕ ਪਾਤਸ਼ਾਹ ਨੇ ਤਰਕ ਦਿੱਤੇ ਨੇ, ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਦਲੀਲਾਂ ਦਿੱਤੀਆਂ ਨੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਤਮਾਮ ਕਿਰਿਆਵਾਂ 'ਤੇ ਜੋ ਧਰਮ ਦੇ ਨਾਂ 'ਤੇ ਕੀਤੀਆਂ ਜਾਂਦੀਆਂ ਨੇ, ਤਰਕ ਉਠਾਏ ਨੇ, ਦਲੀਲਾਂ ਦਿੱਤੀਆਂ ਨੇ, ਮੰਨਣ ਤੋਂ ਇਨਕਾਰ ਵੀ ਕੀਤਾ ਹੈ, ਪਰ ਫਿਰ ਵੀ ਨਾ ਆਪੇ ਨੂੰ ਕਮਜ਼ੋਰ ਕੀਤਾ ਹੈ ਅਤੇ ਨਾ ਪ੍ਰੇਮੀ ਨੂੰ ਕਮਜ਼ੋਰ ਕੀਤਾ ਹੈ। ਅਸੀਂ ਨਾ ਕੁ ਜਿਵੇਂ ਕਿ ਸਿਆਣਾ ਕਾਰੀਗਰ ਕਿਸੇ ਲੱਕੜ ਨੂੰ ਤਰਾਸ਼ਦਾ ਹੈ, ਆ ਵੇਖਿਆ ਨਾ ਹੁਣ ਤਾਂ ਮਸ਼ੀਨਾਂ ਨਾਲ ਤਰਾਸ਼ਦੇ ਨੇ, ਚਲੋ ਨਾਪ ਤੋਲ ਵੱਖਰੀ ਹੋ ਗਈ। ਅਸੀਂ ਪੁਰਾਣੇ ਕਾਰੀਗਰਾਂ ਨੂੰ ਵੇਖਿਆ ਨਾ, ਹੱਥ ਵਿੱਚ ਤੇਸਾ ਹੁੰਦਾ ਉਹਨਾਂ ਦੇ, ਕੋਈ ਮਸ਼ੀਨ 'ਤੇ ਨਹੀਂ ਸੀ ਨਾ ਵੀ ਪੈਮਾਨਾ ਨਾਪ ਕੇ ਮਸ਼ੀਨ ਕੰਪਿਊਟਰ ਨਾਲ ਛਿੱਲੇਗੀ, ਨਹੀਂ, ਹੱਥ ਦੇ ਤੇਸੇ ਦੇ ਨਾਲ ਹੀ ਉਹ ਛਿੱਲ ਲਾਉਂਦੇ ਸਨ। ਸੱਕ ਲੱਥ ਦੇ, ਉਹਨੂੰ ਪਤਾ ਸੀ ਮੈਂ ਕਿਤਨਾ ਉਤਾਰਨਾ ਹੈ। ਉਹ ਲੱਕੜ ਨੂੰ ਕਮਜ਼ੋਰ ਨਹੀਂ ਕਰਦੇ, ਇਹ ਨਹੀਂ ਕਿ ਜ਼ਿਆਦਾ ਉਤਾਰ ਦੇਣ, ਉਤਾਰਦੇ ਵੀ ਨੇ ਉਹਦੇ, ਪਰ ਉਹਨਾਂ ਕੁ ਜਿਤਨਾ ਉਹਨਾਂ ਨੂੰ ਜ਼ਰੂਰਤ ਹੈ, ਜਿਤਨਾ ਉਹਨਾਂ ਦੇ ਡਿਜ਼ਾਈਨ ਤੋਂ ਫਾਲਤੂ ਹੈ ਉਹ ਉਤਾਰਦੇ ਨੇ। ਯਾਦ ਰੱਖਣਾ, ਅਧਿਆਤਮ 'ਚ ਜੋ ਜ਼ਰੂਰੀ ਹੈ ਉਹ ਸੰਭਾਲ ਕੇ ਰੱਖਣਾ। ਧਰਮ ਦੇ ਕੁਝ ਰੂਟਸ ਬਹੁਤ ਜ਼ਰੂਰੀ ਨਹੀਂ, ਸੰਭਾਲ ਕੇ ਰੱਖਣਾ। ਹਾਂ, ਜੋ ਬਾਹਰ ਨਿਕਲ ਜਾਂਦਾ ਹੈ, ਆਊਟਲਾਈਨ ਹੈ, ਜਿਵੇਂ ਅੱਜ ਵੀ ਆ ਮਾਲੀਆਂ ਦੇ ਹੱਥਾਂ 'ਚ ਕੈਂਚੀਆਂ ਹੁੰਦੀਆਂ ਨੇ, ਪਹਿਲਾਂ ਸਾਰਾ 3 ਮਹੀਨੇ ਪਾਣੀ ਪਾਉਂਦੇ ਰਹਿੰਦੇ, ਜਦੋਂ ਲਗਰਾਂ ਨਿਕਲਦੀਆਂ ਨੇ ਕੈਂਚੀਆਂ ਕੱਟਣ ਲੱਗ ਪੈਂਦੇ ਨੇ। ਮਾਲੀ ਦੁਸ਼ਮਣ ਨਹੀਂ ਹੁੰਦੇ, ਪਰ ਮਾਲੀ ਬੂਟੇ ਨੂੰ ਸਿੱਧਾ ਰੱਖਣਾ ਚਾਹੁੰਦੇ ਨੇ, ਕਿਸੇ ਡਿਜ਼ਾਈਨ, ਕਿਸੇ ਸੁੰਦਰਤਾ ਦੇ ਫਰੇਮ ਚਲਾਉਣਾ ਚਾਹੁੰਦੇ ਨੇ। ਇਹੀ ਮਰਿਆਦਾ ਹੈ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਹੀ ਕੀਤਾ, ਆਪਣੇ ਸਿੱਖ ਦੀ ਘਾੜਤ ਨੂੰ ਘੜਿਆ। ਪਿਆਰੇ ਪਿਆਰੇ ਬਚਨ ਕਹਿੰਦੇ, ਅਨੇਕ ਬੀਂਗ ਦਾਸ ਕੇ ਪ੍ਰਹਰਿਆ। ਅੱਜ ਦਾ ਉਹ ਦਿਨ ਹੈ ਜਿਸ ਦਿਨ ਆਪਣੇ ਸਿੱਖ ਦੇ ਸਾਰੀਆਂ ਕਮੀਆਂ ਦੂਰ ਕਰਤੀਆਂ, ਸਿੱਖੀ ਨੂੰ ਸਵਾਰ ਦਿੱਤਾ ਹੈ ਅਤੇ ਸਿੱਖ ਨੂੰ ਆਪਣੇ ਥਾਂ 'ਤੇ ਗੁਰੂ ਰੂਪ ਦੇ ਵਿੱਚ ਬੈਠਾ ਦਿੱਤਾ ਹੈ ਅਤੇ ਮੱਥਾ ਟੇਕ ਦਿੱਤਾ ਹੈ। ਉਹ ਚਹੱਦੀ ਵਹਿਣ ਵੀਰ ਕਿਉਂ ਅੱਜ ਦਾ ਉਹ ਦਿਨ ਹੈ, ਉਸ ਦੀ ਯਾਦ 'ਚ ਆਪਾਂ ਉਸ ਮੁਕਾਮ 'ਤੇ ਅਸੀਂ ਕੀ ਕਹਿਣਾ ਕਰ।
महाराज ने तो अपना करतब अपना बख्शिश भरिया कौतक वरता दिता है। दुनिया ने आख्या, दुनिया ने सोचा की होया, गंगा उल्टी बह गई, पीते गुरु सीत मत्था टेकदा पिया सिख नूं। उस दर्शन नूं असीं करदे हां ते आपां की कह सकदे, साडे कोल किहो जिहे शब्द होणगे। मान लो असीं उस नज़ारे नूं किते ध्यान विच देख लईए, मैनूं ध्यान दर्शन के ना कदे कदे कोशिश करिया करो, बह जाया करो करते दे प्यार दे ध्यान च। हे सच्चे पातशाह गुरु नानक साहिब जी, मैनूं अपने सोदर दे दीदार करवा दिओ ना। है तुहाडा दर किदां दा है मैनूं नहीं पता, पढ़दे ते रोज़ हैं, सो दर तेरा केहा। कैसा है महाराज? सवाल है ना, पुछदे महाराज कैसा है? सो दर तेरा केहा, सो घर केहा, जित बह सर्ब संभाले। अज भी बैठे हो क्योंकि तुसीं सदैव हो, नवे हो, नीत नवे हो। मैनूं किरपा करो उहदी झलक दिखा दिओ। बैठिए देखिए, फिर महाराज की दिखाते ने तो बाद पता लगेगा ना, पर बैठिए तो सही। अज बैठिए, महाराज तुसां ने कौतक रचिया, अपने प्यारे नूं बाबा लैणा जी नूं गुरु अंगद के रूप में बैठा दिता। उस समय उस दर्शन के उस मुकाम ते अगर सानू तुहानू कुछ कहना पवे तो की कहोगे? किवें अरदास करांगे? शायद साडे लफज छोटे छोटे होणगे। पातशाह साहब जी ने पावन बाणी बेहतरीन लफज वरत के दिते ने। अरदास इंज कर लिया करिए। कई बार हुंदा असीं अपनी अरदास करनी हुंदी है तो लफज नहीं बन पा रहे होंदे, शब्द नहीं बन पा की किहदा की। भाई अरदास ते शब्द बहुत महाराज ने उच्चारण कीते ने। थोड़ा जिहा ध्यान देना पाठ करिए। अरदास ते प्रकरण चों कुछ शब्द मिल जाणगे जिहड़े तुहानूं अपील करदे ने। तुहानूं लगेगा कि मेरी अरदास है, इहदे विच लगदा है कि मेरी वगाली कि मैं ही कह रहा, बस उसनूं याद कर लो। जदों अरदास दा चित्त करे वो अरदास कह दो। अज कहंदे जे की कह सकते हैं, ए जी तेरे तू करतारा। हे सच्चे पातशाह, हे अकाल पुरख वाहिगुरू, असीं किते नेड़े ते टिक जाइए। हे सच्चे पातशाह जगत गुरु गुरु नानक साहिब, साडे लिए ते तू ही अकाल पुरख है। ज्ञान कहिंदा है भी गुरु अलग है तो अकाल पुरख अलग। ज्ञानी कह सकता है, ज्ञान कहिंदा है, ज्ञान की फिलासफी कहिंदी है। पर जदों सिੱਖੀ ਦੇ प्रेम माहौल चाहांगे नहीं महाराज तुसीं सब कुछ है, मैनू की पिता तो अगे कि मैनू तो तुहाडा ही पता है। मेरे ते भगवान भी तुसीं, मेरे ते रब भी तुसीं, मेरा ते सब कुछ तुसीं तुसीं। तू 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 भगवान, मेरा ते भगवान भी तू है। क्योंकि तुसां आप सानूं एक तां सूत्र दिता है प्यार भरिया, गुर परमेश्वर एको जान। भलिया इत्थे मत्था टेकण आया ते वखरा रब ना लभदा फिरी भी किते रब किते होर होना। नहीं, तो गुरु नूं मत्था टेक दिता है, रब नूं मत्था टेक दिता है। तेरा रब गुरु ही है, तेरा वाहिगुरू गुरु ही है। सब कुछ गुरु 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 कर मन मोर, गुरु बिना मैं नाही होर। मेरे ते गुरु ही सब कुछ हो ना। तो मैं तुहानूं कहना है गुरुदेव, ये जी तेरे, असीं जितने भी जी तुहाडे दर ते आए हाँ, ठीक है असीं अलग अलग घरां तो अलग अलग विचारां तो, हो सकदा साडे कर्म करम करतूत बोल बाणियां साडे आधार अलग अलग होणगे, पर असीं तेरे ते हाँ ना। जिवें आ वड्डे घरां 'च देखिआ सी ना, 3-3 4-4 भैण भरा इकट्ठे खेडदे, सब दे सुभाਅ अलग अलग हुंदे, सारिਆਂ दी जिदां भी अलग अलग होंदियां, गलतियां भी अलग अलग होंदियां ते खूबियां भी अलग अलग। सब दियां असीं वेखिआ अपने भैण भरावां 'च, सारिਆਂ दी अलग अलग ने। पर की असीं अलग हाँ? नहीं, इक्को ही हाँ, क्योंकि इक्को ही माता इक्को ही पिता है। बेशक साडे सुभाਅ अलग अलग ने, साडियां खूबियां ते कमियां ते गलतियां, भुल्लां ते अच्छाइयां ते बुराइयां अलग अलग ने, पर सानूं बावजूद फिर भी पता हुंदा भी असीं इक्के माता पिता दी संतान हाँ। असीं उहदे ही हाँ ते सारे इकट्ठे होकर इक्के माँ को बैठ जाईदा, सारे इकट्ठे होकर कि पिता की गल वकड़ी च बह जाईदा। इसे तरह असीं वेखण नूं अलग अलग हाँ, साडे कर्म धर्म थोड़ा बहुता सब कुछ अलग अलग है, पर असीं एक पिता दे ही संतान हाँ। साडा गुरु पिता तो इक्को ही है ना। दसिया अज कि हे सच्चे पातशाह, ये जी तेरे, आ जितने जी असीं आए बैठे हैं तेरे ही है ना। तू करता राम, सानू बनाने वाला तो तू ही है ना, साड़ी रचना तो तू ही रची ना।
ਦੁਨਿਆਵੀ ਤੌਰ 'ਤੇ ਕਹਾਂਗੇ ਸਾਡੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਭਾਈ, ਇਹ ਕਰਤੇ ਦੀ ਕਲਾ ਹੀ ਸੀ, ਤਾਂ ਹੀ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਨਾ। ਉਸੇ ਕਿਰਪਾ ਤੋਂ ਵਾਹਿਗੁਰੂ ਜੀ, ਤੁਹਾਡੀ ਕਲਾ ਕਿਰਪਾ ਤੋਂ ਬਿਨਾਂ ਕਿਸੇ ਨੂੰ ਨਾ ਸੰਤਾਨ ਮਿਲਦੀ ਜੇ ਤੇ ਨਾ ਕਿਸੇ ਨੂੰ ਮਾਪੇ ਮਿਲਦੇ ਜੇ। ਬੇਅੰਤ ਰੂਹਾਂ ਤੜਪਦੀਆਂ ਨੇ, ਮਾਪੇ ਨਹੀਂ ਮਿਲਦੇ, ਤੇ ਬੇਅੰਤ ਮਾਪੇ ਤੜਪਦੇ ਨੇ, ਸੰਤਾਨ ਨਹੀਂ ਮਿਲਦੀ। ਅੱਜ ਕਿਤੇ ਰੂਹਾਨੀਅਤ ਦੇ ਦਰਸ਼ਨ ਕਰਕੇ ਦੇਖੀ ਤੇ ਪਤਾ ਨਹੀਂ ਕਿਤਨੇ ਰੂਹਾਂ ਵਿਲਕਦੀਆਂ ਪਈਆਂ ਨੇ, ਮਾਪੇ ਨਹੀਂ ਮਿਲਦੇ ਉਹਨਾਂ ਨੂੰ। ਤੇ ਕਿਤਨੇ ਕੁ ਮਾਪੇ ਤੜਪਦੇ ਕਲਪਦੇ ਅਰਦਾਸਾਂ ਕਰਦੇ ਫਿਰਦੇ, ਉਹਨਾਂ ਨੂੰ ਸੰਤਾਨਾਂ ਨਹੀਂ ਪ੍ਰਾਪਤ ਹੁੰਦੀਆਂ। ਇਹ ਤੇ ਕਰਤੇ ਦੀ ਕਿਰਪਾ ਹੀ ਹੁੰਦੀ ਹੈ ਕਿ ਕਿਸੇ ਨੂੰ ਜਨਮ ਮਿਲ ਜਾਂਦਾ। ਸਾਨੂੰ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਇਹ ਤੁਹਾਡੀ ਕਿਰਪਾ ਨੇ ਮਿਲਿਆ ਨਾ, ਨਹੀਂ ਤੇ ਕਿਤੇ ਪਸ਼ੂ ਬਣਾ ਕੇ ਜਨਮ ਦਿੰਦੇ ਸੀ, ਕੀ ਕਰ ਲੈਣਾ ਸੀ ਉਹਦਾ। ਵੀ ਸਾਨੂੰ ਹੀ ਜੇ ਕਿਸੇ ਪਸ਼ੂ ਦੇ ਘਰ ਜਨਮ ਮਿਲਦਾ ਕੀ ਕਰ ਲੈਂਦੇ। ਇੱਥੇ ਸੋਹਣਾ ਖਾਣ ਪੀਣਾ ਹੰਡਾਣ ਨੂੰ ਮਿਲਿਆ ਏ, ਜੇ ਕਿਸੇ ਸੜਕ 'ਤੇ ਭਿਖਾਰੀ ਦੇ ਘਰ ਜਨਮ ਮਿਲ ਜਾਂਦਾ ਅਸਾਂ ਕੀ ਕਰ ਲੈਣਾ ਸੀ ਭਾਈ। ਸਾਡੀ ਪੁੱਛ ਪੜਤਾਲ ਥੋੜ੍ਹਾ ਹੈ। ਤੇ ਜਨਮ ਕਰਤੇ ਨੇ ਦਿੱਤਾ ਹੈ ਨਾ, ਬਖਸ਼ਿਸ਼ ਕਰਤੇ ਦੀ ਹੈ। ਮਾਤਾ ਪਿਤਾ ਸੁੰਦਰ ਮਿਲੇ, ਪਿਆਰ ਵਾਲੇ ਮਿਲੇ, ਔਰ ਇਹ ਮਿਲੇ ਕਿ ਜਿਹੜੇ ਗਾਹੇ ਬਗਾਹੇ ਇੱਥੇ ਆਉਂਦੇ ਸਨ, ਤੁਹਾਡੇ ਦਰਬਾਰ 'ਚ ਆਉਂਦੇ ਸਨ, ਸਾਨੂੰ ਬਚਪਨ ਚੁੰਗਲੀ ਫੜ ਕੇ ਲੈ ਕੇ ਆਏ ਨੇ। ਸ਼ੁਕਰ ਹੈ ਤੁਸੀਂ ਉਹਨਾਂ ਮਾਤਾ ਪਿਤਾ ਦੇ ਘਰ ਜਨਮ ਦਿੱਤਾ ਹੈ ਜਿਹੜੇ ਮਾਤਾ ਪਿਤਾ ਵੀ ਤੁਹਾਡੇ ਹੀ ਸਿੱਖ ਸਨ। ਤੇ ਹੁਣ ਤਾਂ ਸਾਨੂੰ ਵੀ ਤੁਹਾਡੇ ਚਰਨਾਂ 'ਚ ਟਿਕਾ ਦਿੱਤਾ ਹੈ। ਜੈਸੇ ਹਮਾਰਾ ਜੈਸੇ ਆ ਤੁਹਾਡੇ ਆ, ਤੂੰ ਕਰਤਾ ਹੈ। ਸਾਡੇ ਸਾਰਿਆਂ ਦੀ ਰਚਨਾ ਰਚਣ ਵਾਲਾ ਤੇ ਤੁਸੀਂ ਆਪ ਹੀ ਹੋ ਨਾ। ਤੇ ਤੁਸੀਂ ਸਾਡੀ ਰਚਨਾ ਕਰ ਕਰਕੇ ਦੇਖਦੇ ਹੋ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੇ ਕਰ ਆਸਨ ਡਿਠੋ ਚਾਓ। ਤੁਸੀਂ ਸਭ ਦੇਖ ਰਹੇ, ਰਚਨਾ ਤੇ ਤੁਹਾਡੀ ਹੈ। ਸਾਡੀ ਅਰਦਾਸ ਹੈ ਤੂੰ ਕਰਤਾ ਰਾਮ। ਸਾਨੂੰ ਵੀ ਪਤਾ ਹੈ ਜਿਹੜੇ ਪ੍ਰਭੂ ਜੀ ਤੁਸੀਂ ਗੁਰੂ ਰੂਪ ਹੋ ਨਾ, ਪ੍ਰਭ ਦੁੱਖ ਦਰਦ ਭਰਮ ਹਰਤਾ ਰਾਮ। ਸਾਡੇ ਸਾਰਿਆਂ ਦੇ ਜੋ ਦੁੱਖ ਦਰਦ ਨੇ, ਕਲੇਸ਼ ਨੇ, ਸੰਤਾਪ ਨੇ, ਗੁਰੂ ਦੀ ਕਿਰਪਾ ਦੇ ਨਾਲ ਹੀ ਤੇ ਮਿਟਦੇ ਨੇ। ਆ ਸਾਰੇ ਮੰਨਦੇ ਆ ਨਾ, ਸਾਨੂੰ ਕੋਈ ਸੰਸਾਰਕ ਸਰੀਰਕ ਪੀੜਾ ਹੁੰਦੀ ਹੈ, ਅਸੀਂ ਤਦ ਵੀ ਅਰਦਾਸ ਕਰਦੇ ਹਾਂ। ਕੋਈ ਘਰ ਪਰਿਵਾਰ 'ਚ ਮਾਨਸਿਕ ਕਲੇਸ਼ ਹੁੰਦਾ ਤਾਂ ਅਸੀਂ ਤਦ ਵੀ ਅਰਦਾਸਾਂ ਕਰਦੇ ਹਾਂ। ਔਰ ਇਹ ਵੀ ਮਨਾਉਤ ਹੈ ਸਿਆਣਿਆਂ ਦੀ ਕਿ ਜਦੋਂ ਕੋਈ ਪ੍ਰੇਮ ਦੇ ਨਾਲ ਭਾਵਨਾ ਅਰਦਾਸ ਕਰਦਾ ਤਾਂ ਉਹਦੀ ਪੀੜਾ ਵੀ ਮਿਟਦੀ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਉੱਥੇ ਪਹੁੰਚ ਨਹੀਂ, ਇੱਕ ਲੈਵਲ ਹੁੰਦਾ ਹੈ, ਉੱਥੇ ਅਸੀਂ ਪਹੁੰਚ ਨਹੀਂ ਪਾਉਂਦੇ। ਕਦੇ ਅਰਦਾਸ ਤੇ ਇਸ ਬਖਸ਼ਿਸ਼ ਭਰੇ ਸਿਧਾਂਤ ਨੂੰ ਵੇਖ ਸਕੀਏ, ਇੱਕ ਮਾਨਸਿਕ ਅਵਸਥਾ ਸਿਰਜੀ ਜਾਂਦੀ ਹੈ, ਉੱਥੇ ਪਹੁੰਚਣ 'ਤੇ ਫਿਰ ਪੀੜਾ ਘਟ ਜਾਂਦੀ ਹੈ। ਕਿਉਂਕਿ ਮਨ ਕਿਸ ਖਾਸ ਵਿਚਾਰ ਦਾਇਰੇ 'ਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਉਦੋਂ ਫਿਰ ਪੀੜਾ ਘਟਦੀ ਹੈ, ਦੁੱਖ ਘਟਦਾ ਹੈ। ਉਹ ਸਿੱਖ ਦਾ ਅਤੇ ਮਾਨਸਿਕ ਸੰਤੁਲਨ ਹੈ ਹੀ ਉਸੇ ਘਰ ਵਿੱਚ, ਕਿਉਂਕਿ ਉਹਨੂੰ ਪਤਾ ਹੈ ਕਿ ਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰੇ ਨਾਲ ਨੇ। ਕੀ ਸ਼ਹੀਦਾਂ ਨੂੰ ਪੀੜਾ ਨਹੀਂ ਹੁੰਦੀ? ਉਹਨਾਂ ਦੇ ਅੰਗ ਅੰਗ ਕੱਟੇ ਜਾਂਦੇ ਨੇ, ਤਮਾਮ ਜ਼ਖਮ ਲੱਗਦੇ ਨੇ। ਆਹ ਸਿਪਾਹੀਆਂ ਨੂੰ ਕੀ ਪੀੜਾ ਨਹੀਂ ਹੁੰਦੀ? ਹੁੰਦੀ ਹੈ। ਉਹਨਾਂ ਦੇ ਜ਼ਖਮ ਲੱਗਦੇ ਨੇ, ਹੱਡ ਫੱਟੇ ਜਾਂਦੇ ਨੇ, ਗੋਲੀਆਂ ਵੱਜਦੀਆਂ ਨੇ, ਫਿਰ ਵੀ ਅਗਾਂਹ ਨੂੰ ਡਿੱਗਦੇ ਨੇ, ਫਿਰ ਵੀ ਲੜਨ ਤੁਰ ਪੈਂਦੇ ਨੇ, ਕਿਉਂਕਿ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਉਹ ਟਿਕੇ ਹੁੰਦੇ ਨੇ। ਉਹਨਾਂ ਦੀ ਸੋਚ ਦਾ, ਸੋਚਣ ਦਾ ਤਰੀਕਾ ਸਾਡੇ ਵਰਗਾ ਨਹੀਂ ਹੁੰਦਾ। ਇਹਨਾਂ ਉਹ ਉੱਪਰਲੇ ਦਰਜੇ 'ਤੇ ਪਹੁੰਚਦੇ ਨੇ ਜਦੋਂ ਕਿਸੇ ਇਹੋ ਜਿਹੇ ਮੁਕਾਮ 'ਤੇ ਹੁੰਦੇ ਨੇ। ਉਹ ਸਾਧਾਰਨ ਮਨੁੱਖ ਨਹੀਂ ਹੁੰਦੇ। ਬੇਸ਼ੱਕ ਉਹਨਾਂ ਦਾ ਬਾਹਰਲਾ ਰੂਪ ਰੰਗ ਭਗਤਾਂ ਵਰਗਾ ਨਹੀਂ ਹੁੰਦਾ, ਪਰ ਅਸਲੀਅਤ ਵਿੱਚ ਉਹ ਕਿਸੇ ਖਾਸ ਮੁਕਾਮ 'ਤੇ ਹੁੰਦੇ ਨੇ। ਜਦੋਂ ਕਿਸੇ ਆਪਣੇ ਆਦਰਸ਼ ਲਈ, ਕਿਸੇ ਆਪਣੇ ਸਿਧਾਂਤ ਲਈ, ਕਿਸੇ ਆਪਣੇ ਟੀਚੇ ਲਈ, ਕਿਸੇ ਆਪਣੇ ਨਿਸ਼ਾਨੇ ਲਈ ਜੂਝ ਮਰਦੇ ਨੇ। ਜੋ ਅਸੀਂ ਰੋਜ਼ ਕਹਿੰਦੇ ਹਾਂ, ਜਬ ਆਪ ਕੀ ਔਦ ਨਿਦਾਨ ਬਣਿਆ ਤੇ ਹੀਰਨ ਮੈਂ ਤਬ ਜੂਝ ਮਰਾਂ, ਉੱਥੇ ਖੜੇ ਹੁੰਦੇ ਨੇ ਉਹ। ਇਸ ਕਰਕੇ ਉਹ ਹਰ ਫੱਟ ਸਹਿ ਜਾਂਦੇ ਨੇ, ਉਹ ਹਰ ਜ਼ਖਮ ਸਹਿ ਜਾਂਦੇ ਨੇ, ਫਿਰ ਵੀ ਅੱਗੇ ਵੱਧ ਜਾਂਦੇ। ਅਭਿਆਸੀ ਵੀ ਇੱਥੇ ਖੜਾ ਹੁੰਦਾ, ਭਗਤ ਵੀ ਇੱਥੇ ਖੜਾ ਹੁੰਦਾ, ਦੁਨੀਆ ਦੀ ਹਰ ਪੀੜਾ ਨੂੰ ਸਹਿ ਲੈਂਦਾ ਹੈ, ਫਿਰ ਵੀ ਅੱਗੇ ਚਲਾ ਜਾਂਦਾ, ਕਿਉਂਕਿ ਉਹਨਾਂ ਦਾ ਸੋਚਣ ਦਾ ਜੋ ਮੰਡਲ ਹੈ, ਸੋਚਣ ਦਾ ਜੋ ਦਾਇਰਾ ਹੈ, ਉਹ ਸਾਡੇ ਆਮ ਜੀਆਂ ਵਰਗਾ ਨਹੀਂ ਹੁੰਦਾ, ਸਾਡੇ ਤੋਂ ਕਈ ਗੁਣਾ ਉੱਤਮ ਹੁੰਦਾ ਹੈ। ਇਹੀ ਨੇ ਸਾਡੇ ਰੂਹਾਨੀਅਤ ਮੰਡਲ ਦੇ ਘਰ, ਜਿਹੜੇ ਆਪਾਂ 17 ਘਰ ਲੱਭਦੇ ਕਦੇ ਕਦੇ। 17 ਘਰਾਂ 'ਚੋਂ ਇੱਕ ਘਰ ਹੈ ਜਿੱਥੇ ਜਾ ਕੇ ਮਨੁੱਖ ਪੂਰੀ ਤਰ੍ਹਾਂ 'ਤੇ ਆਪਣੇ ਆਦਰਸ਼ 'ਤੇ ਟਿਕ ਜਾਂਦਾ ਹੈ, ਆਪਣੇ ਟਾਰਗੇਟ 'ਤੇ, ਆਪਣੇ ਨਿਸ਼ਾਨੇ 'ਤੇ ਟਿਕ ਜਾਂਦਾ ਹੈ। ਸਾਨੂੰ ਪਤਾ ਹੈ ਸੱਚੇ ਪਾਤਸ਼ਾਹ ਪ੍ਰਭ ਦੁੱਖ ਦਰਦ ਭਰਮ ਹਰਤਾ ਰਾਮ
चलो असीं बहुत वड्डी गल ते नहीं कर सकते, पर सानू इतना पता है कि जो साडे मालिक सच्चे साहिब जी ने ना साडे दुख मिटांदे ने। अरदास आपां करते हुए कदे कदे ठहर के कर लिया करिए। दीन दर्द निवार ठाकुर, राखै जन की आप, तरन तारन हर निध, दुख न सके बिआप। ते अगों जवाब की मिलता है, साधु संग भजो गोपाल। जे दुख दर्द मिटाने जे ते काम कर लो ना, साधु संग भजो गोपाल। आन संजम किछ न सूझै, यह जतन काट कल काल। कहने लगे भाई इत्थे होर कोई तरीका नहीं जे, दुनिया दे उड़पुड़ो भाव तरीके इत्थे नहीं गए, कोई है साधु संग भजो। साधु संग भजन करदिआं, भजन तो असीं वाहिगुरू वाहिगुरू करना है ना, भजन तो शब्द कीर्तन ही है ना। भावें गुरबाणी की कोई तुक पढ़ी जाती होवे, ठीक है, टीकाकार उहदा की अर्थ करदे होणगे अलग बात है, पर गुरबाणी की कोई भी तुक दा कीर्तनिया कीर्तन करदा पिया है, साडे लई उहदा मतलब वाहिगुरू 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 ही है। इसे करके बहुत बार कीर्तनियों नूं वेखिआ ना, जदों कि उन्हां दा मानसिक माहौल टिक जांदा, सिरजिया जांदा, उच्ची उठ जांदे ने, ते कीर्तन करते करते विच वाहिगुरू वाहिगुरू जपण लग पैंदे ने। वाहिगुरू वाहिगुरू जपते जपते तुकां पढ़न लग पैंदे ने, क्योंकि दोनों इक्को ही ने। अखरां दा भेत है, मतलब हर बाणी दा, हर तुक दा, हर शब्द का मतलब वाहिगुरू का प्रेम ही है। नाम ही है ना, संपूर्ण बाणी नाम ना भरी हुई है। वो भोजनां विचों तुसीं दाल खा लो, सब्जी खा लो, रोटी खा लो, चावल खा लो, पूड़ी खा लो, सारे ने तुहानूं तृप्ति देनी है ना, रजेवा ही देना है ना। इस तरह गुरबाणी जो तुसीं सुखमनी साहब जाप कर लीए, कोई कर लीए, आनंद तृप्ति देनी ना। कहले जिस गल नूं असीं मनदे हां कि बाणी जदों पढ़ी जाती है, सच्चे पातशाह तुहाडी शरण आ जाने। असीं तो अभ्यासियों तो ऐसा भी देखिया सुने समझे आए कि जे कोई सधारण जी जिसनूं बाणी कंठ नहीं है, याद नहीं है, पढ़ी नहीं जाती, अगर वो दरबार च आके भावना के मंडल ते टिक जाता है तो उहदे दुख दर्द मिटदे ने। क्योंकि इत्थे बैठ के सानू हुण बहुत कुछ करन की जरूरत नहीं है। जिन्होंने असीं दुनियावी दार्शनिक लोगों तो कदे कदे समझण की कोशिश करते हैं। असीं किसी बस विच किसी जहाज़ विच बैठते हैं, असां एक वाजिब टिकट ले ली हुंदी है, सानू वो अदब ना किसी थां दे के सीट दे के बैठा देंदे, भाई बह जाओ। असीं वाजिब टिकट लैके वाजिब जो उचित थां मिलिया उत्थे बैठ जाने आ। हुण जदों वो जहाज़ उड़दा है तो कि असीं कुछ करना हुंदा है? नहीं, वो जलाण वाला उड़ाण वाला जाने। असीं तो बैठे सुते हुन्ने आ, असीं तां अद्धा सफ़र नींद विच गुजार लैने आ, पर सानू वो किसी मंजिल ते लै जांदा है। इसे तरह गुरु दरबार च भाई साहब कदे कदे कहंदे हुंदे सी, इत्थे आके, इत्थे तर्क वितर्क अलग तरीका एक लोगों का हुंदा है, इत्थे आके बह गए हो सकता है तुहानूं इत्थे झपकी आ जाए, झोंक आ जाए, अक्सर हुंदा है। लोग कहंदे इत्थे नींद क्यों आउंदी है? उहदा रीज़न है, नींद कदों आउंदी जदों थोड़ा जिहा मन शांत हुंदा है। मन बेचैन हो गया तो बिस्तरे ते नहीं नींद आउंदी। उही व्यक्ति जो बेचैन मन वाला सोहणे बिस्तरे ते एसी लगे तो नींद नहीं माणदा, इत्थे बैठे देखिया झपकियां लै रहा हुंदा। क्यों? इत्थे थोड़ा जिहा मन शांत हुंदा है, रिलैक्स फील करता है। तो जदों मन थोड़ा जिहा रिलैक्स विच हुंदा है, शांत हुंदा है, तो सुते सिद्ध नींद आनंद ते विचकार एक छोटा जिहा पड़ाव हुंदा, तंद्रा, वो आ जांदा है। सोच नहीं हुंदी, कोई विचार नहीं चल रही हुंदी, ते विचार शून्य हुंदे ते नींद आउंदी है। जे विचार ही अंदर फुरने चलते रहने तो आ वेखण सबनों तजुर्बा है नींद। जिस दिन कोई गहरा विचार दिलों दिमाग च होवे, भावें दफ्तर का होवे, भावें परिवार का होवे, भावें किसी मंडल का होवे, उदों नींद उड्डी हुंदी है। तो जदों विचारां तो पासे होईदा है तद नींद आ जाती है। कीर्तन सुणदियां सुणदियां एक अवस्था आउंदी है जदों विचारां तो निजात मिल जाती, विचार शून्य होण लग पैंदे ने। ठीक है, उदों चूँकि अभ्यासी नहीं हुंदा, इस करके उन्हें झपकी आ जाती, सिर उलर जाता एकदम। तकरीबन अभ्यासियों ने वेखिया है उत्थे बहुते वार बहुतियां दा सिर झटका खा जाता है। पता क्यों? एक पल भर का समा हुंदा है जदों विचार तो निकल के असीं अगांह निरंकार दे शून्य देश विच जाना हुंदा है। उत्थे झटका लगदा, फिर वापस संसार चां डिगदे आ, फिर सोचां विचारां अरदासां करन लग पैने आ। जे वो पल बच जाए तो समाधि लग जाती है।
फिर कितना समा बैठे रहोगे, फिर कोई पता नहीं लगेगा, फिर कीर्तन तुम चलती रहेगी। पर बहुती वारी तो रिलैक्स फील होता है, तो टिकाव बनता है, दुख मिट जाता है, क्योंकि सानू पता है गुरु की दृष्टि, गुरु की संगत, गुरु की ताब दे विच रह के दुख मिटते ने। सानू पता है तुसी दुख दर्द परम हरता राम साडे दुख मिटांदे हो, साडे दर्द मिटांदे हो। इहदे नाल साडे मन के भरम भी ते त्याग टुटदे न। तमाम प्रकार के भरम असीं पाल के बैठे होए हां, ये किदां हो जाएगा, ये की हुंदा है, ये किवें हुंदा है। पर सारे जो अभ्यासी नूं पता हौली हौली टिकते जाने आ, ज्ञान का अगला मंडल जो समझ है वो प्राप्त होने लग पैंदा, जिन्होंने गुरबाणी सोझी किया है। गुरबाणी च आप जानते सुध शब्द वरते, तिथे घड़िया सुरां सिद्धां की सुध जो सोझी हुंदी है, जो व्यक्ति उन्हें सोझी आउण लग पैंदी है, जिन्होंने सुझोस किया है, तो फिर टिकाव बन लग पैंदा, भरम मिटन लग पैंदे ने। ते कौन मिटा रहा भरम? गुरु ते है। महाराज तुसी हो जो साडे ते कृपा करदे हो, साडे दुख मिटदे ने, पीड़ा मिटदी है, साडे भरम मिटदे ने। भरम दुख दर्द निवार खिन महे, ते हुण बेनती सच्चे पातशाह कृपा करो ना, तुहाडे वास्ते समा नहीं है, साडे वास्ते समा एक पहाड़ है, साडे वास्ते समा एक काल है, पर तुहाडे वास्ते समा नाम की कोई चीज़ नहीं है, क्योंकि तुसीं अकाल हो। काल ते अकाल का इन्ना कुछ भेद है। असीं सारे जी समय के गुलाम हाँ, समय दीयां पाबंदियां ने, समय की हदबंदी विच रहना मजबूरी साडी, लाजमी करार भी है तो मजबूरी भी है। असीं चाह के भी समय की हदबंदी तो अगे जा ही नहीं सकते। पर गुरु परमेश्वर उत्ते अकाल मूरत है ना, अकाल पुरख है ना। अकाल का मतलब है जिथे आजमा काल, जिथे समा ही नहीं, उत्ते समय तो लैस है, समय तो मुक्त है। तुहाडे वास्ते कोई समा नहीं। ਜਦੋਂ कदे कदे आपनूं शायद कीर्तन सुनदे जां करदे आ, बाणी पढ़दे आ, इस मंडल च कदे कदे अनुभव दा होया होवे। कई बार बाणी पढ़दे आ, कथा करदे आ, कीर्तन वडेरियां कीर्तनियां तो सुने आ, संगत बैठदे आ, भी कीर्तन करदे आ पूरा शब्द गुजर गया, 7-8 मिनट तक शब्द है, आनंद बन गया, माहौल लगा अजे तो हुणे ही तो शुरू किया सी। 8-7-10 मिनट गुजर गए ने, लगा कि पल तो होए। आपनूं शायद ऐसा कदे कदे गुरबाणी पढ़दे आ, सुनदे आ, ध्यान च बैठे लगे, अभ्यासी तो मनते हैं 30-40 मिनट गुजर जाते हैं, हुणे तो बैठे सा, अजे हुणे शुरू किया सी, है भोग पाउण दा समा भी हो गया। ऐसे इतिहास दर्शन भी ने बाबा तर सिंह मस्तूवाणा दे कि 24 घंटे गुजर के बैठिया कहने लगे हुणे तो बैठे सां, अजे हुणे बैठे सां, गुजर 24 साढ़े लिए 24 घंटे गुजर गए ने, तुसी तो हुणे बैठे, क्योंकि उत्थे समा है ही नहीं, तुसी उस देश पहुँच गए हो जिथे समा नहीं है। इस करके ही सच्चे पातशाह साडे दुख दर्द तुसां ते निगाह पाउणी है, जिवें असीं एक स्विच दबदे आ, टार्च की रोशनी निकलती है, सामना सब नहा जाता है, रोशनी दे नाल नहा लिया उन्हें, उत्ते पूरी रोशनी, कितना कुछ समा लगा है, बस एक पोटा दबिया गया, अगते रोशनी रोशनी। महाराज तुहाडे ते कृपा दृष्टि पई, असीं ते शुभ हो जाना है। सानू पता है तुहाडी दृष्टि शुभ कर जाती है, तुहाडी दृष्टि संत बना देंदी है। अमृत दृष्टि पै जाए, पेखै होए संत, अमय दृष्टि शुभ करै। महाराज कृपा करो ना, साडे भरम दुख दर्द निवार खिन मैं, एक पल मिटा ला दिओ, साडे ते निगाह पा दिओ, साडे दुख दर्द मिट जाने। महाराज रख लो ना, तुहाडे आ, अपने जान के रख लो। दीन दयाला, हे दीन दयाल सच्चे पातशाह अपने जान के रख लो। मात पिता स्वाम सज्जन सब जगत बाल गोपाला। महाराज असी आप दे बाल गोपाल हाँ, तुसी मात पिता। असी पढ़ते तो मात पिता हम बारक तेरे, तुमरी कृपा मैं सुख घनेरे। हाँ आखिरी कहते भाई चेता रखियो, अज इस मुकाम ते आपां बैठे हैं, धन गुरु अंगद देव महाराज जी नूं ये रूप मिले है। बाबा लहणा तो गुरु अंगद अज बने ने, जो शरणे आवे, जो आ गया इत्थे नूं की मिलदा है, गुण निधान पावै। कोई शरण आए तो की मिलिया, गुरु नानक ही मिल गया। तो गुरु नानक कौन है? गुण ही निधान। गुरु नानक ही तो सब कुछ साडे लिए। जो शरणे आवे गुण निधान पावै, सो बाहुड़ जन्म ना मरता,
ਉਹ ਦੁਬਾਰਾ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦਾ। ਅਰਦਾਸ ਕਰੀ ਬਿਨਵੰਤ ਨਾਨਕ ਦਾਸ ਤੇਰਾ। ਮਹਾਰਾਜ ਮੈਂ ਜੈਸਾ ਵੀ ਤੁਹਾਡਾ ਦਾਸ ਹਾਂ, ਸਭ ਜੀ ਤੇਰੇ, ਤੂੰ ਕਰਤਾ, ਮੇਰੇ ਸਮੇਤ ਜਿਤਨੇ ਵੀ ਜੀ ਨੇ ਸਾਰੇ ਹੀ ਤੇਰੇ ਨੇ, ਤੇ ਸਾਰਿਆਂ ਦਾ ਕਰਤਾ ਤੂੰ ਆਪ ਹੈ। ਤੇ ਕਿਰਪਾ ਕਰਨਾ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਰੱਖ ਲਿਓ ਦੀਨ ਦਿਆਲ ਸੱਚੇ ਪਾਤਸ਼ਾਹ, ਅਸੀਂ ਸ਼ਰਨ ਆਏ ਹਾਂ, ਆਪਣੀ ਕਿਰਪਾ ਕਰਕੇ ਸਾਨੂੰ ਚਰਨ ਸ਼ਰਨ ਰੱਖ ਲਿਓ। ਸ਼ਰਨ ਜੋਗ ਸੁਨ ਸ਼ਰਨੀ ਆਏ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਤੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।